ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਅਗਮ ਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਬੇਸ਼ੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੀਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਸਮੇਧ ਜਗਨੇ ਤੁਲਾ ਪੁਰਖ ਦਾਨੇ। ਪ੍ਰਾਗ ਇਸਨਾਨੇ ਤੋ ਨਾ ਪੂਜੈ ਹਰ ਕੀਰਤ ਨਾਮਾ। ਆਪਣੇ ਰਾਮੈ ਭਜ ਰੇ ਮਨ ਆਲਸੀਆ। ਅਸਮੇਧ ਜਗਨੇ ਤੁਲਾ ਪੁਰਖ ਦਾਨੇ। ਪ੍ਰਾਗ ਇਸਨਾਨੇ ਤੋ ਨਾ ਪੂਜੈ ਹਰ ਕੀਰਤ ਨਾਮਾ। ਆਪਣੇ ਰਾਮੈ ਭਜ ਰੇ ਮਨ ਆਲਸੀਆ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ। ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ। ਜਿਨ ਹਰਿ ਨਾਮ ਹਿਰਦੈ ਪਰੋਈ। ਸਤ ਸੰਗਤ ਦੇ ਇਸ ਅਮੋਲਕ ਸਮੇਂ ਤੋਂ ਲਾਹਾ ਪ੍ਰਾਪਤ ਕਰੀਏ। ਗੁਰਬਾਣੀ ਦੀ ਪਾਵਨ ਕਥਾ ਲੜੀਵਾਰ ਜੋ ਇਸ ਪਾਵਨ ਸਥਾਨ ਤੇ ਚੱਲ ਰਹੀ ਹੈ। ਇਹਦੇ ਤਹਿਤ ਗੌਂਡ ਰਾਗ ਦੇ ਅੰਦਰ ਇਸ ਸਮੇਂ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਦੇ ਦਰਸ਼ਨ ਹੋ ਰਹੇ ਨੇ। 873 ਅੰਗ ਤੇ ਭਗਤ ਨਾਮਦੇਵ ਜੀ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੰਮ੍ਰਿਤ ਵਚਨਾਂ ਨਾਲ ਜੁੜੀਏ। ਭਗਤ ਨਾਮਦੇਵ ਜੀ ਵਾਹਿਗੁਰੂ ਜੀ ਦੀ ਬੰਦਗੀ ਕਰਨ ਦਾ ਉਪਦੇਸ਼ ਕਰਦੇ ਨੇ ਕਿ ਜਿੰਨੇ ਵੀ ਸੰਸਾਰ ਵਿੱਚ ਧਾਰਮਿਕ ਕਰਮ ਮੰਨੇ ਗਏ ਨੇ ਜਾਂ ਕੀਤੇ ਜਾਂਦੇ ਨੇ ਲੋਕਾਂ ਵੱਲੋਂ, ਸਭ ਨਾਲੋਂ ਵੱਡਾ ਜਿਹੜਾ ਕਰਮ ਹੈ ਉਹ ਹੈ ਵਾਹਿਗੁਰੂ ਦੀ ਬੰਦਗੀ ਕਰਨੀ, ਪਰਮੇਸ਼ਵਰ ਦਾ ਨਾਮ ਜਪਣਾ। ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹ ਦੁਨੀਆ ਦੇ ਲੋਕੋ, ਪਾਤਸ਼ਾਹ ਜੀ ਕਹਿੰਦੇ ਜਿੰਨੇ ਵੀ ਧਾਰਮਿਕ ਕਰਮ ਹਨ, ਦਾਨ ਪੁੰਨ ਕਰਨੇ, ਤੀਰਥਾਂ ਤੇ ਜਾਣਾ,
ਸਾਰੇ ਧਰਮ ਕਰਮਾਂ ਦੇ ਵਿੱਚੋਂ ਵਾਹਿਗੁਰੂ ਦੀ ਬੰਦਗੀ ਕਰਨੀ ਸਭ ਨਾਲੋਂ ਉੱਚਾ ਕਰਮ ਹੈ। ਤੇ ਜਿਹੜਾ ਵੀ ਜੀਵ ਇਹ ਕਰਦਾ ਹੈ ਉਹਨੂੰ ਲਾਭ ਪ੍ਰਾਪਤ ਹੁੰਦਾ ਹੀ ਹੁੰਦਾ ਹੈ। ਹੋਰ ਜਿਹੜੇ ਕਰਮ ਨੇ ਉਹਨਾਂ ਨੂੰ ਕਰਦਿਆਂ ਜੀਵ ਨੂੰ ਕਈ ਤਰ੍ਹਾਂ ਦਾ ਕਈ ਵਾਰ ਦੋਸ਼ ਵੀ ਲੱਗ ਜਾਂਦਾ ਹੈ, ਪਰ ਵਾਹਿਗੁਰੂ ਦਾ ਨਾਮ ਪਾਤਸ਼ਾਹ ਕਹਿੰਦੇ ਘੋਰ ਦੁਖਯੰਗ ਅਨਕ ਹਤਯੰਗ ਜਨਮ ਦਰਿਦਰੰਗ ਮਾਂ ਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਸੋ ਆਓ ਭਗਤ ਨਾਮਦੇਵ ਜੀ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਪਿਆਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ। ਰਾਗ ਗੌਣ ਦੇ ਅੰਦਰ ਬਾਣੀ ਭਗਤ ਨਾਮਦੇਵ ਜੀ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਹੈ। ਇਹ ਸਰਲੇਖ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਗੁਰਦਾਸ ਜੀ ਪਾਸੋਂ ਲਿਖਵਾਰੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਦਾ ਮੰਗਲਾਚਰਨ ਗੁਰੂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਰਦੇ ਹਨ। ਵਾਹਿਗੁਰੂ ਇੱਕ ਹੈ, ਅਦਿੱਤੀ ਸ਼ਕਤੀ ਹੈ, ਸਰਬ ਕਲਾ ਸਮਰੱਥ ਹੈ, ਸਾਰੇ ਰਮਿਆ ਹੋਇਆ ਹੈ, ਸਾਰੇ ਪਰਿਪੂਰਨ ਹੈ। ਜੋ ਵਾਹਿਗੁਰੂ ਨਿਰੰਕਾਰ ਉਸ ਨੂੰ ਜੀਵ ਨੇ ਮਿਲਣਾ ਹੈ। ਉਹ ਵਾਹਿਗੁਰੂ ਕਿਵੇਂ ਪ੍ਰਾਪਤ ਹੋਵੇਗਾ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ। ਵਾਹਿਗੁਰੂ ਜੀ ਦਾ ਇਹ ਜਿਹੜਾ ਮੰਗਲਾਚਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 524 ਵਾਰ ਆਇਆ ਹੈ। 4 ਪ੍ਰਕਾਰ ਦਾ ਵਾਹਿਗੁਰੂ ਜੀ ਦਾ ਮੰਗਲਾਚਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹੈ, ਜੋ ਇੱਕ ਓੰਕਾਰ ਤੋਂ ਲੈ ਕੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੰਗਲਾਚਰਨ 33 ਵਾਰ ਆਇਆ ਹੈ, ਜਿਸ ਨੂੰ ਵੱਡਾ ਵੀ ਮੰਗਲਾਚਰਨ ਕਿਹਾ ਜਾਂਦਾ ਹੈ। ਔਰ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਜੋ ਮੰਗਲਾਚਰਨ ਸੂਖਸ਼ਮ ਰੂਪ ਦੇ ਵਿੱਚ ਹੈ, ਇਹ 524 ਵਾਰ ਆਇਆ ਹੈ। ਇਸੇ ਤਰ੍ਹਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇਹ ਮੰਗਲਾਚਰਨ 9 ਵਾਰੀ ਆਇਆ ਹੈ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਇਹ ਮੰਗਲਾਚਰਨ 2 ਵਾਰੀ ਆਇਆ ਹੈ। ਸੋ ਇਸ ਤਰ੍ਹਾਂ 568 ਵਾਰੀ ਕੁੱਲ ਮੰਗਲਾਚਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਤਾ ਗਿਆ ਹੈ। ਇੱਥੇ ਸੂਖਸ਼ਮ ਰੂਪ ਵਾਲਾ ਮੰਗਲਾਚਰਨ ਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਨੇ। ਵਾਹਿਗੁਰੂ ਇੱਕ ਹੈ, ਸਰਵ ਕਲਾ ਸਮਰੱਥ ਹੈ, ਉਹਦੀ ਪ੍ਰਾਪਤੀ ਹਰ ਇੱਕ ਜੀਵ ਨੂੰ ਹੋਣੀ ਚਾਹੀਦੀ ਹੈ। ਉਹ ਕਿਵੇਂ ਹੋਵੇਗੀ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ। ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ ਨਾਨੇ। ਭਗਤ ਨਾਮਦੇਵ ਜੀ ਇੱਥੇ ਸ਼ਬਦ ਦੇ ਆਰੰਭ ਵਿੱਚ 3 ਕਰਮ ਦੱਸੇ ਨੇ, ਜਿਹੜੇ ਵੈਦਿਕ ਸਮੇਂ ਦੇ ਵਿੱਚ ਕੀਤੇ ਜਾਂਦੇ ਸਨ। ਖਾਸ ਕਰਕੇ ਇਸ ਭਾਰਤ ਖੰਡ ਦੀ ਭੂਮੀ ਦੇ ਵਿੱਚ ਇਹ ਵੈਦਿਕ ਸਮੇਂ 3 ਕਰਮ ਕੀਤੇ ਜਾਂਦੇ ਸੀ। ਅਸਮੇਧ ਜਗ ਕਰਨਾ, ਪੁਰਾਤਨ ਗ੍ਰੰਥਾਂ ਨੂੰ ਪੜ੍ਹੀਏ, ਅਸਮੇਧ ਜਗ ਪਹਿਲਾਂ ਸੰਤਾਨ ਦੀ ਪ੍ਰਾਪਤੀ ਵਾਸਤੇ ਕੀਤਾ ਜਾਂਦਾ ਸੀ। ਅਸਵ ਨਾਮ ਘੋੜੇ ਦਾ ਹੈ। ਘੋੜੇ ਦੀ ਜਿਹੜੀ ਹੈ ਮਿਹਦੇ ਨੂੰ ਕੱਢ ਕੇ, ਜਿਗਰ ਨੂੰ ਕੱਢ ਕੇ, ਉਹਦੀ ਚਰਬੀ ਜਿਹੜੀ ਹੈ ਉਹ ਜੱਗ ਦੇ ਵਿੱਚ ਹਵਨ ਕੁੰਡ ਦੇ ਵਿੱਚ ਪਾਈ ਜਾਂਦੀ ਸੀ। ਘੋੜੇ ਨੂੰ ਮਾਰ ਕੇ ਉਹਦਾ ਮਾਸ ਆਦਿਕ ਸਭ ਉਹ ਹਵਨ ਜੋਗ ਕੁੰਡ ਦੇ ਵਿੱਚ ਪਾਇਆ ਜਾਂਦਾ ਸੀ। ਕਈ ਦਿਨ ਇਹ ਜੱਗ ਚੱਲਦਾ ਸੀ। ਫਿਰ ਇਹ ਅਸਮੇਧ ਜੱਗ ਸਵਰਗਪੁਰੀ ਨੂੰ ਪ੍ਰਾਪਤ ਕਰਨ ਵਾਸਤੇ ਕੀ ਕੀਤਾ ਜਾਣ ਲੱਗ ਪਿਆ ਕਿ ਜਿਹੜਾ 100 ਜੱਗ ਕਰ ਲਵੇ ਉਹਨੂੰ ਇੰਦਰਪੁਰੀ ਪ੍ਰਾਪਤ ਹੋ ਜਾਂਦੀ ਹੈ।
ਤਾਂ ਹੀ ਇਹ ਆਮ ਸੁਣਨ ਨੂੰ ਪੜਨ ਨੂੰ ਮਿਲਦਾ ਹੈ ਕਿ ਇੰਦਰ ਜਦੋਂ ਕੋਈ ਜੱਗ ਕਰਦਾ ਸੀ ਤੇ ਉਹਦੇ ਜੱਗ ਨੂੰ ਖੰਡਨ ਕਰਨ ਵਾਸਤੇ ਜਦੋਂ ਕੋਈ ਨਾ ਕੋਈ ਚਾਲ ਚੱਲਦਾ ਸੀ। ਜਿਵੇਂ ਰਾਜੇ ਬਲ ਨੇ ਜਦੋਂ ਜੱਗ ਕਰ ਰਿਹਾ ਸੀ ਉਹਨੂੰ ਛਲਣ ਵਾਸਤੇ ਵਿਸ਼ਨੂੰ ਭਗਵਾਨ ਨੂੰ ਭੇਜਿਆ, ਜਿਨ੍ਹਾਂ ਨੇ ਬਾਮਣ ਰੂਪ ਧਾਰਨ ਕਰਕੇ ਰਾਜੇ ਬਲ ਨੂੰ ਛਲਿਆ ਸੀ। ਉਹਦੇ 100 ਜੱਗ ਪੂਰੇ ਨਹੀਂ ਸੀ ਹੋਣ ਦਿੱਤੇ, ਕਿਉਂਕਿ ਇੰਦਰ ਨੂੰ ਖਤਰਾ ਪੈ ਜਾਂਦਾ ਸੀ ਕਿ ਜਿਹਨੇ 100 ਜੱਗ ਕਰ ਲਿਆ ਉਹ ਮੈਨੂੰ ਇੰਦਰਪੁਰੀ ਵਿੱਚੋਂ ਕੱਢ ਦੇਵੇਗਾ ਤੇ ਮੇਰੀ ਇੰਦਰਪੁਰੀ ਤੇ ਕਬਜ਼ਾ ਕਰ ਲਵੇਗਾ। ਅਸਮੇਧ ਜੱਗ ਨੇ ਕੋਈ ਕਿੰਨੇ ਵੀ ਅਸਮੇਧ ਜੱਗ ਕਰ ਲਵੇ, ਇਹਦਾ ਵੱਡਾ ਭਾਰੀ ਮਹਾਤਮ ਦੱਸਿਆ ਹੈ। ਅਸਮੇਧ ਜੱਗ ਉਸ ਸਮੇਂ ਵੀ ਰਾਜੇ ਕਰਦੇ ਸਨ। ਜਦੋਂ ਕੋਈ ਰਾਜਾ ਸ਼ਕਤੀਸ਼ਾਲੀ ਹੁੰਦਾ ਤੇ ਉਹ ਆਪਣੇ ਦੂਜੇ ਰਜਵਾੜਿਆਂ ਕੋਲੋਂ ਈਨ ਮਨਾਉਣ ਵਾਸਤੇ ਚਿੱਟੇ ਰੰਗ ਦਾ ਘੋੜਾ ਛੱਡਿਆ ਜਾਂਦਾ ਸੀ। 1 ਸਾਲ ਵਾਸਤੇ ਉਸ ਘੋੜੇ ਦੇ ਮਸਤਕ ਦੇ ਉੱਪਰ ਰਾਜੇ ਦਾ ਨਾਮ ਪਤਾ ਲਿਖਿਆ ਹੁੰਦਾ ਸੀ ਵੀ ਇਹ ਫਲਾਣੇ ਰਾਜੇ ਵੱਲੋਂ ਅਸਮੇਧ ਜੱਗ ਕੀਤਾ ਜਾ ਰਿਹਾ ਹੈ। ਜਿਹੜਾ ਈਨ ਮੰਨ ਲਏ ਠੀਕ ਹੈ, ਨਹੀਂ ਤੇ ਉਹ ਲੜਾਈ ਕਰੇ ਸਾਡੇ ਨਾਲ। ਜਿਹੜਾ ਈਨ ਮੰਨ ਲੈਂਦਾ ਸੀ ਠੀਕ ਆ, ਉਹ ਭੇਟਾਵਾਂ ਦਿੰਦਾ ਸੀ। ਜਿਹੜਾ ਨਹੀਂ ਮੰਨਦਾ ਸੀ ਉਹਦੇ ਨਾਲ ਫਿਰ ਜੰਗ ਹੁੰਦਾ ਸੀ, ਤੇ ਜਿਹੜਾ ਜੰਗ ਜਿੱਤ ਜਾਂਦਾ ਸੀ ਫਿਰ ਉਹਦਾ ਰਾਜ ਹੁੰਦਾ ਸੀ। ਜਿਹੜਾ ਅਸਮੇਧ ਜੱਗ ਕਰ ਰਿਹਾ ਰਾਜਾ, ਜਦੋਂ ਉਹ ਜਿੱਤ ਜਾਂਦਾ ਸੀ ਫਿਰ ਜਿੰਨੇ ਰਾਜਿਆਂ ਨੇ ਉਹਦੀ ਈਨ ਮੰਨੀ ਹੁੰਦੀ ਸੀ, ਸਾਲ ਬਾਅਦ ਉਹ ਸਾਰੇ ਇਕੱਠੇ ਹੁੰਦੇ ਤੇ ਫਿਰ ਬਹੁਤ ਵੱਡਾ ਅਸਮੇਧ ਜੱਗ ਕੀਤਾ ਜਾਂਦਾ। ਇਹ ਵੀ ਲਿਖਿਆ ਮਿਲਦਾ ਹੈ ਕਿ ਰਾਜਾ ਤੇ ਰਾਣੀ ਆਪ ਉਸ ਘੋੜੇ ਨੂੰ ਮਾਰਦੇ, ਉਹਦਾ ਵੱਧ ਕਰਦੇ ਤੇ ਉਹਦੀ ਜਿਹੜੀ ਹੈ ਮੇਜ ਜਿਗਰ ਉਹਦਾ ਜਿਹੜਾ ਹੈ ਉਹਨੂੰ ਫਿਰ ਹਵਨ ਕੁੰਡ ਦੇ ਵਿੱਚ ਪਾਉਂਦੇ। ਉਹਦਾ ਵੱਡਾ ਭਾਰੀ ਮਹਾਤਮ ਇਹ ਵੇਦਾਂ ਦੇ ਵਿੱਚ ਲਿਖਿਆ ਹੋਇਆ ਮਿਲਦਾ। ਅਸਮੇਧ ਜੱਗ ਦਾ ਤੁਲਾ ਪੁਰਖ ਦਾਨੇ। ਤੇ ਫਿਰ ਦੂਸਰਾ ਇਹ ਵੀ ਮਿਲਦਾ ਹੈ ਕਿ ਆਪਣੇ ਭਾਰ ਦੇ ਬਰਾਬਰ ਤੁਲਾ ਮੈਨੇ ਤਰੱਕੜੀ ਦੇ ਵਿੱਚ ਬੈਠ ਕੇ ਸੋਨਾ ਆਦਿਕ ਦਾਨ ਕਰਨਾ। ਇਹਦਾ ਵੀ ਵੱਡਾ ਭਾਰੀ ਮਹਾਤਮ ਦੱਸਿਆ ਹੈ। ਸਵਰਗਪੁਰੀ ਵਾਸਤੇ ਜਾਂ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਲੋਕ ਇਸ ਤਰ੍ਹਾਂ ਦੇ ਦਾਨ ਕਰਦੇ। ਪ੍ਰਾਗ ਇਸਨਾਨੇ ਇਲਾਹਾਬਾਦ, ਜਿੱਥੇ ਤਰਵੇਣੀ ਸੰਗਮ ਮੰਨਿਆ ਗਿਆ 3 ਨਦੀਆਂ ਦਾ, ਗੰਗਾ, ਜਮਨਾ ਤੇ ਸਰਸਵਤੀ, ਕਹਿੰਦੇ ਉੱਥੇ ਗੁਪਤ ਰੂਪ ਵਿੱਚ ਮਿਲਦੀ ਹੈ। ਉਹਦਾ ਵੀ ਵੱਡਾ ਭਾਰੀ ਮਹਾਤਮ ਇਸ਼ਨਾਨ ਦਾ ਦੱਸਿਆ ਗਿਆ ਹੈ। ਭਗਤ ਨਾਮਦੇਵ ਜੀ ਕਹਿੰਦੇ ਕੋਈ ਇਹ ਸਭ ਤਰ੍ਹਾਂ ਦੇ ਕਰਮ ਕਰ ਲਵੇ ਤੋ ਨਾ ਪੂਜੈ ਹਰ ਕੀਰਤ ਨਾਮਾ। ਭਾਈ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦੀ ਕੀਰਤੀ ਕਰਨੀ, ਜਿਹੜਾ ਨਾਮ ਦਾ ਸਿਮਰਨ ਹੈ ਉਹ ਸਭ ਤੋਂ ਵੱਡਾ, ਉਹਦਾ ਮਹਾਤਮ ਤੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਹ ਸਾਰੇ ਕਰਮ ਰੱਬ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਜਿਵੇਂ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ, ਜੈਸੇ 68 ਤੀਰਥ ਪਰਸ ਕੀਓ ਜੁਗ 4 ਚੜਿਓ ਕੈਲਾਸ਼ ਰਿਓ, जैसे कोट वर्ग तब उर्दमुखी बैसंतर में तंडा जियो, जैसे लाख वर्ष कुरुक्षेत्र में असमेध जग अभंग ठियो। हुन अमृत नाम विशेष इति जिन एक बार श्री वाहिगुरु कियो। वाहिगुरु दे नाम दा एडा वड्डा भारी महात्म कि कोई 68 तीर्थां दा इशनान कर आवे। पहली गल, अज कल इस तरह दा कोई बंदा मिलेगा नहीं ਜਿਹਨੇ ਸਾਰੇ 68 ਤੀਰਥਾਂ ਤੇ ਇਸ਼ਨਾਨ ਕੀਤਾ ਹੋਵੇ। ਵਾ ਸਾਰੇ ਹੀ ਤੀਰਥਾਂ ਤੇ ਇਸ਼ਨਾਨ ਕੀਤਾ। 68 ਦਾ ਤੀਰਥ ਦਾ ਭਾਵ ਹੈ ਸਾਰੇ ਤੀਰਥ। ਜੈਸੇ 68 ਤੀਰਥ ਪਰਸ ਕੀਓ ਜੁਗ 4 ਚੜਿਓ ਕੈਲਾਸ਼ ਰਿਓ। ਫਿਰ ਕੋਈ ਯੋਗ ਸਾਧਨਾ ਦੁਆਰਾ ਕੈਲਾਸ਼ ਪਰਬਤ ਤੇ ਸਮਾਧੀ ਲਾ ਕੇ ਬੈਠ ਜਾਵੇ, ਨਾ ਉਹਨੂੰ ਰੋਟੀ ਦੀ ਲੋੜ, ਨਾ ਉਹਨੂੰ ਪਾਣੀ ਦੀ ਲੋੜ, ਨਾ ਉਹਨੂੰ ਮੰਜੇ ਬਿਸਤਰੇ ਦੀ ਲੋੜ। ਇੰਨੀ ਸਾਧਨਾ ਉਹਨੇ ਕਰ ਲਈ ਹੋਵੇ, ਕਿਸੇ ਚੀਜ਼ ਦੀ ਲੋੜ ਹੀ ਨਾ ਰਹੇ, ਨਾ ਸਰੀਰ ਤੇ ਕੱਪੜਾ ਧਾਰਨ ਦੀ ਲੋੜ, ਬਰਫ਼ ਵਿੱਚ ਜਾ ਕੇ ਬੈਠ ਜਾਵੇ ਤੇ 4 ਯੁਗ ਬੈਠਾ ਰਹੇ। ਜੈਸੇ 68 ਤੀਰਥ ਪਰਸ ਕੀਓ ਜੁਗ 4 ਚੜਿਓ ਕੈਲਾਸ਼ ਰਿਓ, ਜੈਸੇ ਕੋਟ ਵਰਖ ਤਪ ਉਰਦਮੁਖੀ। ਕੋਈ ਪ੍ਰਾਣਾ ਨੂੰ ਜਾਮ ਕਰਕੇ ਪੁੱਠਾ ਲਟਕ ਜਾਵੇ ਔਰ ਕਿੰਨਾ ਸਮਾਂ, ਕਰੋੜਾਂ ਸਾਲ
2 4 10 20 साल नहीं, करोड़ां साल ही लटक जावे। जैसे कोट बरख तप उर्दमुखी, ਬੈਸੰਤਰ में तन ਢਾਹ ਦਿਓ। ਅੱਗ ਦੇ ਵਿੱਚ ਕੋਈ ਆਪਣੇ ਆਪ ਨੂੰ ਸਾੜ ਦੇਵੇ, ਇੰਨੀ ਸਾਧਨਾ ਕੀਤੀ ਹੋਵੇ, ਅੱਗ ਵਿੱਚ ਬੈਠ ਜਾਵੇ ਤੇ ਅੱਗ ਉਹਨੂੰ ਜਿਹੜਾ ਹੈ ਅੱਗ ਦਾ ਸੇਕ ਉਹਨੂੰ ਦੁਖੀ ਨਾ ਕਰੇ। ਤੇ ਫਿਰ ਅੱਗੇ ਕਹਿੰਦੇ ਜੈਸੇ ਲਾਖ ਬਰਖ ਕੁਰਸ਼ੇਤਰ में ਅਸਮੇਧ ਜਗ ਅਭੰਗ ਥਿਓ। ਕੁਰਸ਼ੇਤਰ ਦੀ ਧਰਤੀ ਤੇ ਕੋਈ ਲੱਖਾਂ ਅਸਮੇਧ ਜਗ ਕਰੇ, 100 ਜਗ ਕਰਕੇ ਇੰਦਰ ਦੀ ਪਦਵੀ ਮਿਲ ਜਾਂਦੀ, ਇੰਦਰਪੁਰੀ ਮਿਲ ਜਾਂਦੀ, ਸਵਰਗਪੁਰੀ ਮਿਲ ਜਾਂਦੀ। ਪਰ ਕਹਿੰਦੇ ਕੋਈ 100 ਵਾਰੀ ਨਹੀਂ, ਲੱਖਾਂ ਵਾਰੀ ਅਸਮੇਧ ਜਗ ਕਰੇ। ਜੈਸੇ ਲਾਖ ਬਰਖ ਕੁਰਸ਼ੇਤਰ में ਅਸਮੇਧ ਜਗ ਅਭੰਗ ਥਿਓ। ਕੁਰਸ਼ੇਤਰ ਦੀ ਧਰਤੀ ਨੂੰ ਬੜਾ ਪੂਜਨੀਕ ਉੱਤਮ ਮੰਨਿਆ। ਪ੍ਰਾਤਨ ਗ੍ਰੰਥਾਂ ਦੇ ਵਿੱਚ ਇਹਦਾ ਬੜਾ ਵੱਡਾ ਮਹਾਤਮ ਦੱਸਿਆ ਗਿਆ ਹੈ। ਕੋਈ ਉੱਥੇ ਜਾ ਕੇ ਅਸਮੇਧ ਜਗ ਕਰੇ, ਇਨ੍ਹਾਂ ਸਾਰੇ ਕਰਮਾਂ ਨਾਲੋਂ ਪੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਕੋਈ ਜੁੜ ਕੇ ਇੱਕ ਵਾਰੀ ਵਾਹਿਗੁਰੂ ਕਹਿ ਦੇ। ਵਾਹਿਗੁਰੂ ਕਹਿਣ ਦਾ ਇੰਨਾ ਵੱਡਾ ਭਾਰੀ ਮਹਾਤਮ ਹੈ। ਕਰੋੜਾਂ ਸਾਲਾਂ ਦੀ ਬੰਦਗੀ ਤੋਂ ਵੀ, ਜਪ ਤਪ ਜਿਹੜਾ ਸਾਧਨਾ ਹੈ ਉਹਦੇ ਤੋਂ ਵੀ ਵੱਡਾ ਦੱਸਿਆ ਗਿਆ ਹੈ। ਇੱਥੇ ਭਗਤ ਨਾਮਦੇਵ ਜੀ ਦੱਸ ਰਹੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਸੁਖਮਨੀ ਸਾਹਿਬ ਵਿੱਚ ਆਖਿਆ ਹੀ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹ ਗੱਲ ਵੱਖਰੀ ਹੈ ਕਿ ਸਾਨੂੰ ਅਜੇ ਗੁਰਬਾਣੀ ਦੀ ਸਮਝ ਨਹੀਂ ਆਈ ਤੇ ਨਾ ਅਸੀਂ ਇਸ ਪਾਸੇ ਲੱਗੇ ਹਾਂ। ਇੰਨਾ ਵੱਡਾ ਭਾਰੀ ਮਹਾਤਮ, ਜਿੰਨੇ ਵੀ ਧਾਰਮਿਕ ਕਰਮ ਨੇ ਉਹ ਕਰੋੜਾਂ ਸਾਲ ਵੀ ਕੀਤੇ ਜਾਣ, ਪਰ ਉਹਨਾਂ ਨਾਲੋਂ ਵੱਡਾ ਮਹਾਤਮ ਵਾਹਿਗੁਰੂ ਦੇ ਨਾਮ ਜਪਣ ਦਾ ਹੈ। ਵਾਹਿਗੁਰੂ ਦੇ ਨਾਮ ਦੇ ਇਹ ਬਰਾਬਰੀ ਨਹੀਂ ਕਰ ਸਕਦੇ। ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਬ ਕੀਜੈ, ਅਸਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਕੋਈ ਇੰਨੇ ਧਾਰਮਿਕ ਕਰਮ ਕਰ ਲਵੇ, ਕਹਿੰਦੇ ਰੱਬ ਦੇ ਨਾਮ ਦੀ ਬਰਾਬਰੀ ਕੋਈ ਵੀ ਕਰਮ ਨਹੀਂ ਕਰ ਸਕਦਾ। ਔਰ ਵੇਖੋ ਇਹਦੇ ਵਿੱਚ ਨਾ ਸਾਡਾ ਕੋਈ ਪੈਸਾ ਲੱਗਣਾ ਹੈ, ਨਾ ਅਸੀਂ ਪਰਿਵਾਰ ਨੂੰ ਛੱਡ ਕੇ ਤੀਰਥਾਂ ਤੇ ਜਾਣਾ ਹੈ, ਨਾ ਸਾਨੂੰ ਕੋਈ ਖਾਸ ਤਰ੍ਹਾਂ ਦੀ ਵਰਦੀ ਪਾਉਣ ਦੀ ਲੋੜ ਹੈ। ਕਿਉਂਕਿ ਜਦੋਂ ਹਵਨ ਕਰਨ ਬੈਠਣਾ ਹੈ ਨਾ, ਤਾਂ ਉਦੋਂ ਵੀ ਮਰਿਆਦਾ ਰੱਖਣੀ ਪੈਂਦੀ, ਬੜਾ ਸੰਜਮ ਦੇ ਵਿੱਚ ਰਹਿ ਕੇ ਉਹ ਹਵਨ ਕੀਤੇ ਜਾਂਦੇ ਨੇ। ਤੇ ਰੱਬ ਦਾ ਨਾਮ ਤੁਸੀਂ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਮਹਾਰਾਜ ਕਹਿੰਦੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਦੋਂ ਮਰਜੀ ਜਪੀ ਚਲੋ। ਵਾਹਿਗੁਰੂ ਦੇ ਨਾਮ ਦਾ ਵੱਡਾ ਭਾਰੀ ਮਾਤਮ, ਤੁਹਾਨੂੰ ਓਨਾ ਹੀ ਉਹਦਾ ਫਲ ਮਿਲਣਾ ਜਿੰਨਾ ਬੈਠ ਕੇ ਜਪਿਆ। ਉੱਠਦਿਆਂ ਸੌਂਦਿਆਂ ਜਾਗਦਿਆਂ ਵੀ ਉਹਦਾ ਮਹਾਤਮ ਘਟ ਨਹੀਂ ਜਾਣਾ। ਜਿਵੇਂ ਆਪਾਂ ਰੋਟੀ ਦੀ ਬੁਰਕੀ ਭਾਵੇਂ ਲੰਮੇ ਪੈ ਕੇ ਮੂੰਹ 'ਚ ਪਾ ਲਈ, ਉਹਨੇ ਭੁੱਖ ਮਿਟਾਣੀ ਹੀ ਮਿਟਾਣੀ ਹੈ। ਤੇ ਭਾਵੇਂ ਤੁਰਦੇ ਹੋਏ ਖਾ ਲਈਏ, ਭਾਵੇਂ ਬੈਠ ਕੇ ਖਾ ਲਈਏ, ਉਹਨੇ ਭੁੱਖ ਮਿਟਾਣੀ ਹੀ ਮਿਟਾਣੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਨੇ ਸਾਨੂੰ ਉਹ ਮਹਾਤਮ ਦੇਣਾ ਹੀ ਦੇਣਾ ਹੈ ਜੇ ਅਸੀਂ ਜਪਾਂਗੇ। ਜੋ ਨਾਮ ਜਪ ਕੇ ਮਹਾਤਮ ਮਿਲਦਾ ਹੈ। ਇਸੇ ਕਰਕੇ ਪਾਤਸ਼ਾਹ ਨੇ ਕਹਿਤਾ ਵੀ ਤੁਸੀਂ ਸ਼ੰਕਾ ਨਹੀਂ ਕਰਨਾ, ਕਿਉਂਕਿ ਬ੍ਰਾਹਮਣ ਕਹਿੰਦਾ ਇਸ ਦਿਸ਼ਾ ਵੱਲ ਮੂੰਹ ਕਰਕੇ ਇਹ ਮੰਤਰ ਪੜੋਗੇ ਇਹ ਫਲ ਮਿਲੇਗਾ। ਜੇ ਦੂਜੀ ਦਿਸ਼ਾ ਵੱਲ ਕਰਕੇ ਉਹ ਮੰਤਰ ਪੜੋਗੇ ਤੁਹਾਡੇ ਤੇ ਉਲਟਾ ਪੈ ਜਾਏਗਾ, ਤੁਹਾਨੂੰ ਦੁੱਖ ਦੇਵੇਗਾ। ਵਾਹਿਗੁਰੂ ਦਾ ਨਾਮ ਕਿਸੇ ਦਿਸ਼ਾ ਵੱਲ ਕਿਸੇ ਦਸ਼ਾ ਵਿੱਚ ਕਰ ਲਓ। ਦਸ਼ਾ ਮੈਨੇ ਹਾਲਤ, ਜੇ ਕੋਈ ਬੰਦਾ ਬਿਮਾਰ ਪਿਆ ਤਾਂ ਵੀ ਜਪੀ ਜਾਵੇ, ਰੋਟੀ ਖਾ ਰਿਹਾ ਹੈ, ਬਸਰ ਪਾ ਰਿਹਾ, ਕਿਤੇ ਜਾ ਰਿਹਾ ਹੈ, ਵਾਹਿਗੁਰੂ ਵਾਹਿਗੁਰੂ ਜਪੇ ਜਾਵੇ। ਇਹਦਾ ਮਹਾਤਮ ਕਦੀ ਉਲਟ ਨਹੀਂ ਹੋਣਾ, ਇਹਦਾ ਫਲ ਮਿਲਣਾ ਹੀ ਮਿਲਣਾ ਹੈ। ਆਪਣੇ ਰਾਮੈ ਭਜ ਰੇ ਮਨ ਆਲਸੀਆ। ਹੁਣ ਵਾਹਿਗੁਰੂ ਦਾ ਨਾਮ ਸਾਨੂੰ ਉਲਟ ਫਲ ਕਿਉਂ ਨਹੀਂ ਦਿੰਦਾ? ਕਿਉਂਕਿ ਰੱਬ ਸਾਡਾ ਆਪਣਾ ਹੈ। ਜਿਵੇਂ ਆਪਣਾ ਜਿਹੜਾ ਆਪਣਾ ਖਾਸ ਹੋਵੇ ਉਹ ਕਦੇ ਸਾਡਾ ਨੁਕਸਾਨ ਨਹੀਂ ਕਰਦਾ। ਵਾਹਿਗੁਰੂ ਦਾ ਨਾਮ ਸਾਡਾ ਆਪਣਾ, ਵਾਹਿਗੁਰੂ ਸਾਡਾ ਆਪਣਾ ਹੈ। ਆਪਣੇ ਰਾਮੈ ਭਜ ਰੇ ਮਨ ਆਲਸੀਆ। ਇਹ ਮਨ ਆਲਸੀਆ, ਇਹ ਦਲਿਦਰੀ ਮਨਾ ਕਿਉਂ ਨਹੀਂ ਵਾਹਿਗੁਰੂ ਦੇ ਨਾਮ ਨੂੰ ਜਪਦਾ? ਆਪਣੇ ਰੱਬ ਨੂੰ ਜਪ, ਆਪਣੇ ਪਰਮੇਸ਼ਵਰ ਨੂੰ ਜਪ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ ਭਗਤ ਨਾਮਦੇਵ ਜੀ,
ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ ਮੁਖ ਵੇਦ ਚਤਰ ਪੜਤਾ। ਹੁਣ ਪਹਿਲਾਂ 3 ਕਰਮ ਇਹ ਦੱਸੇ ਨੇ, ਅਸਮੇਧ ਕਰਨਾ, ਦਾਨ ਦੇਣਾ ਤਰਕੜੀ ਵਿੱਚ ਆਪਣੇ ਬਰਾਬਰ ਵੇਟ ਕਰਕੇ, ਤੀਸਰਾ ਇਸ਼ਨਾਨ ਕਰਨਾ। ਹੁਣ 3 ਕਰਮ ਅੱਗੇ ਹੋਰ ਦੱਸੇ ਨੇ। ਬਨਾਰਸ ਸ਼ਹਿਰ ਦਾ ਤੁਸੀਂ ਨਾਮ ਬਹੁਤ ਵਾਰ ਸੁਣਿਆ, ਬਾਣੀ ਵਿੱਚ ਆਇਆ। ਇਹ 2 ਨਦੀਆਂ ਦੇ ਸੰਜੋਗ ਨਾਲ ਬਣਿਆ ਹੈ, ਵਣਾ ਅਤੇ ਅਸੀ। ਇਹ 2 ਨਦੀਆਂ ਕਦੇ ਇਸ ਸ਼ਹਿਰ ਵਾਲੇ ਸਥਾਨ ਤੇ ਵਗਦੀਆਂ ਸੀ। ਉਹਨਾਂ ਦੇ ਵਿਚਾਲੇ ਜਿਹੜੇ ਨਗਰ ਵਸਿਆ ਉਹਨੂੰ ਇਹਦਾ ਨਾਮ ਵੈਸੇ ਬਨਾਰਸੀ ਹੈ। 2 ਨਦੀਆਂ ਦੇ ਨਾਮ ਤੋਂ ਇਹਦਾ ਨਾਮ ਬਣਿਆ। ਜਿਵੇਂ ਜਿਹੜਾ ਪਟਿਆਲਾ ਸ਼ਹਿਰ ਹੈ, ਇਹ ਬਾਬਾ ਆਲਾ ਸਿੰਘ ਦੀ ਪੱਟੀ ਇਹਦਾ ਨਾਮ ਸੀ ਪਹਿਲਾਂ, ਵੀ ਆਪਾਂ ਪੱਟੀ ਆਲਾ ਸਿੰਘ ਦੀ। ਕਿੱਥੇ ਜਾਣਾ ਹੈ, ਪਹਿਲਾਂ ਇਹ ਪੁਰਾਣੇ ਲੋਕ ਕਹਿੰਦੇ ਪੱਟੀ ਆਲਾ ਸਿੰਘ ਦੀ, ਹੌਲੀ ਹੌਲੀ ਇਹ ਪਟਿਆਲਾ ਬਣ ਗਿਆ। ਵੈਸੇ ਇਹਦਾ ਨਾਮ ਅਸਲੀ ਪੱਟੀ ਆਲਾ ਸਿੰਘ ਦੀ ਹੈ। ਇਸੇ ਤਰ੍ਹਾਂ ਜਿਹੜਾ ਬਨਾਰਸ ਹੈ ਨਾ, ਇਹ 2 ਨਦੀਆਂ ਦੇ ਨਾਮ ਤੋਂ ਪਿਆ, ਵਣਾ ਅਤੇ ਅਸੀ। ਤੇ ਉੱਥੇ ਬੜਾ ਵੱਡਾ ਮਹਾਤਮ ਦੱਸਿਆ ਗਿਆ ਉਸ ਨਦੀਆਂ ਦੇ ਵਿੱਚ ਇਸ਼ਨਾਨ ਕਰਦਾ। ਭਗਤ ਨਾਮਦੇਵ ਜੀ ਕਹਿੰਦੇ ਗਿਆ ਪਿੰਡ ਭਰਤਾ। ਪਹਿਲਾਂ ਇੱਥੇ ਗਿਆ ਦਾ ਦੱਸਿਆ ਹੈ, ਜਿੱਥੇ ਜੌਆਂ ਦੇ ਚੌਲਾਂ ਦੇ ਜਿਹੜੇ ਪਿੰਨੇ ਮਨਸੇ ਜਾਂਦੇ ਨੇ ਉਹ ਪਿਤਰਾਂ ਦੀ ਗਤੀ ਵਾਸਤੇ, ਕਹਿੰਦੇ ਕੋਈ ਉੱਥੇ ਜਾ ਕੇ ਪਿੰਡ ਭਰਾਵੋ, ਉਹ ਜਿਹੜੇ ਚੌਲਾਂ ਦੇ ਜਾਂ ਜੌਆਂ ਦੇ ਮਨਸਾ ਪਿੰਨੇ ਕਰਦਾ ਹੈ ਉਹ ਦਾਨ ਕਰੇ। ਬਨਾਰਸ ਅਸ ਬਸਤਾ, ਬਨਾਰਸ, ਵਣਾ ਅਤੇ ਅਸ, ਇਹ ਜਿਹੜੀਆਂ ਨਦੀਆਂ ਨੇ ਉੱਥੇ ਜਾ ਕੇ ਕੋਈ ਵਸਣ ਲੱਗ ਜਾਵੇ। ਬਨਾਰਸ ਸ਼ਹਿਰ ਜਿੱਥੇ ਅਸ ਵਸਤਾ, ਅਸ ਨਾਮ ਨਦੀ ਦਾ ਹੈ, ਕੋਈ ਉਸ ਨਦੀ ਦੇ ਕਿਨਾਰੇ ਜਾ ਕੇ ਘਰ ਪਾ ਕੇ ਰਹਿਣ ਲੱਗ ਜਾਵੇ। ਮੁਖ ਵੇਦ ਚਤਰ ਪੜਤਾ, ਤੇ 4 ਵੇਦ ਕੰਠ ਕਰਕੇ ਮੂੰਹ ਜ਼ਬਾਨੀ ਪੜੇ। ਪਰ ਇਹਨਾਂ ਸਾਰੇ ਕਰਮਾਂ ਨਾਲੋਂ ਵੀ ਵੱਡਾ ਮਹਾਤਮ ਹੈ ਵਾਹਿਗੁਰੂ ਦੇ ਨਾਮ ਜਪਣ ਦਾ। ਇਸ ਤਰ੍ਹਾਂ ਦੇ ਕੋਈ ਕਰਮ ਕਰੇ, ਸਗਲ ਧਰਮ ਅਛਿਤਾ, ਗੁਰ ਗਿਆਨ ਇੰਦਰੀ ਦ੍ਰਿੜਤਾ, ਖਟ ਕਰਮ ਸਹਿਤ ਰਹਿਤਾ। ਸਗਲ ਧਰਮ ਅਛਿਤਾ, ਸਭ ਤਰ੍ਹਾਂ ਦੇ ਧਰਮ ਨੂੰ ਕਰੇ, ਬੜੇ ਸੰਜਮ ਦੇ ਵਿੱਚ। ਗੁਰ ਗਿਆਨ ਇੰਦਰੀ ਦ੍ਰਿੜਤਾ, ਅਤੇ ਗੁਰੂ ਦਾ ਗਿਆਨ ਲੈ ਕੇ ਇੰਦਰੀਆਂ ਨੂੰ ਦ੍ਰਿੜ ਕਰੇ, ਉਹਦੇ ਵਿੱਚ ਐਨ ਪਰਪੱਕ ਹੋਵੇ। ਖਟ ਕਰਮ ਸਹਿਤ ਰਹਿਤਾ, 6 ਤਰ੍ਹਾਂ ਦੇ ਜਿਹੜੇ ਕਰਮ ਦੱਸੇ ਨੇ ਬ੍ਰਾਹਮਣ ਦੇ ਕਰਨ ਵਾਲੇ, ਦਾਨ ਕਰਨਾ ਤੇ ਦਾਨ ਲੈਣਾ, ਵਿਦਿਆ ਪੜ੍ਹਨੀ ਤੇ ਵਿਦਿਆ ਪੜ੍ਹਾਉਣੀ, ਜਗ ਕਰਨਾ ਤੇ ਜਗ ਕਰਾਉਣਾ। ਕੋਈ ਪੂਰੀ ਮਰਿਆਦਾ ਨਾਲ ਇਹ 6 ਤਰ੍ਹਾਂ ਦੇ ਕਰਮ ਕਰੇ, ਕਿਉਂਕਿ ਗੁਰਮੁਖੋ ਹਰ ਇੱਕ ਕਰਮ ਨੂੰ ਕਰਨ ਦੀ ਮਰਿਆਦਾ ਹੈ। ਦਾਨ ਕਰਨ ਦੀ ਵੀ ਮਰਿਆਦਾ ਹੈ, ਵੀ ਦਾਨ ਤੁਸੀਂ ਕਿਸ ਹਾਲਤ ਵਿੱਚ, ਇਹ ਪੁਰਾਣੇ ਗ੍ਰੰਥਾਂ ਵਿੱਚ ਲਿਖਿਆ, ਕਿਸ ਦਿਸ਼ਾ ਵੱਲ ਮੂੰਹ ਕਰਕੇ ਦਾਨ ਕਰਨਾ ਹੈ, ਕਿਸ ਬੰਦੇ ਨੂੰ ਦਾਨ ਕਰਨਾ, ਇਹ ਵੀ ਦੇਖਣਾ ਹੈ। ਤੋ ਇਸ ਤਰ੍ਹਾਂ ਦੇ 6 ਕਰਮ ਬ੍ਰਾਹਮਣ ਵਾਲੇ ਉਹ ਵੀ ਪੂਰੀ ਮਰਿਆਦਾ ਦੇ ਤਹਿਤ ਕੀਤੇ ਜਾਣ। ਇਹਨਾਂ ਸਾਰਿਆਂ ਨਾਲੋਂ ਵੀ ਵੱਡਾ ਹੈ ਵਾਹਿਗੁਰੂ ਦੇ ਨਾਮ ਦਾ ਸਿਮਰਨ, ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨਾ। ਸਿਵਾ ਸਗਤ ਸਬਾਦੰਗ, ਮਨ ਛੋੜ ਛੋੜ ਸਗਲ ਭੇਦੰਗ, ਸਿਮਰ ਗੋਬਿੰਦੰਗ, ਭਜ ਨਾਮਾ ਤਰਸ ਭਾਵ ਸਿੰਦੰਗ। ਸੇਵਾ ਸਗਤ ਸੰਬਾਦੰਗ, ਇਹਦੇ ਕਈ ਵੀਰ ਵਿਦਵਾਨ ਇਹ ਵੀ ਅਰਥ ਕਰਦੇ ਨੇ, ਸ਼ਿਵ ਕਿਹਾ ਗਿਆ ਹੈ ਪਰਮਾਤਮਾ ਨੂੰ, ਸ਼ਕਤੀ ਕਿਹਾ ਗਿਆ ਹੈ ਮਾਇਆ ਨੂੰ। ਪਰ ਇੱਥੇ ਇਹ ਅਰਥ ਢੁਕਦੇ ਨਹੀਂ ਹਨ ਕਿ ਮਾਇਆ ਤੇ ਪਰਮਾਤਮਾ ਦਾ ਸੰਵਾਦ ਕਰਕੇ ਉਹਦੇ ਵਿੱਚੋਂ ਆਪਾਂ ਇਹ ਨਿਰਣਾ ਕਰਨਾ ਹੈ ਕਿ ਵੱਡਾ ਕੌਣ ਹੈ। ਵੈਸੇ ਤੇ ਮਨੁੱਖ ਵੱਡਾ ਮਾਇਆ ਨੂੰ ਸਮਝਦਾ ਹੈ ਪ੍ਰੈਕਟੀਕਲ ਰੂਪ ਦੇ ਵਿੱਚ, ਪਰ ਹੈ ਤਾਂ ਵੱਡਾ ਪਰਮਾਤਮਾ ਨਾ। ਆਪਾਂ ਤੇ ਮਾਇਆ ਨੂੰ ਵੱਡਾ ਕਹਿੰਦੇ ਹਾਂ, ਇਸੇ ਕਰਕੇ ਉਹਦੇ ਪਿੱਛੇ ਭਜਦੇ ਹਾਂ। ਰੱਬ ਦੇ ਪਿੱਛੇ ਕਿਉਂ ਨਹੀਂ ਜਾਂਦੇ, ਕਿਉਂ ਨਹੀਂ ਬੰਦਗੀ ਕਰਦੇ? ਕਿਉਂਕਿ ਸਾਨੂੰ ਰੱਬ ਛੋਟਾ ਲੱਗਦਾ, ਮਾਇਆ ਵੱਡੀ ਲੱਗਦੀ ਹੈ। ਪਰ ਇੱਥੇ ਜੇ ਆਪਾਂ ਅਰਥ ਪਰਮਾਤਮਾ ਤੇ ਮਾਇਆ ਕਰਾਂਗੇ, ਉਹ ਪ੍ਰਸੰਗ ਦੇ ਮੁਤਾਬਕ ਠੀਕ ਨਹੀਂ ਹਨ, ਕਿਉਂਕਿ ਸ਼ਬਦ ਦੇ ਵਿੱਚ ਇੱਕ ਪ੍ਰਸੰਗ ਚੱਲ ਰਿਹਾ ਹੈ, ਪੁਰਾਤਨ ਕਰਮਾਂ ਦਾ, ਦਾਨ ਪੁੰਨ ਦਾ, ਵੇਦਾਂ ਨੂੰ ਪੜ੍ਹਨ ਪੜ੍ਹਾਉਣ ਦਾ।
ਕਹਿੰਦੇ ਹਨ ਕਿ ਜਿਹੜੀ ਰਮਾਇਣ ਹੈ ਨਾ, ਇਹ ਭੋਲੇਨਾਥ ਸ਼ਿਵ ਜੀ ਨੇ ਮਾਤਾ ਪਾਰਵਤੀ ਨੂੰ ਪਹਿਲਾਂ ਹੀ ਸੁਣਾ ਦਿੱਤੀ ਸੀ ਵੀ ਇਦਾਂ ਇਹ ਕੁਝ ਹੋਣ ਵਾਲਾ ਹੈ। ਉਹ ਜਿਹੜਾ ਸੰਵਾਦ ਹੋਇਆ ਸੀ ਨਾ ਮਾਤਾ ਪਾਰਵਤੀ ਦਾ ਤੇ ਸ਼ਿਵ ਜੀ ਭੋਲੇਨਾਥ ਦਾ, ਕਹਿੰਦੇ ਕੋਈ ਉਸ ਨੂੰ ਵੀ ਚੰਗੀ ਤਰ੍ਹਾਂ ਪੜ੍ਹੇ ਵਿਚਾਰੇ, ਸਿਵਾ ਸਗਤ ਸੰਵਾਦਨ ਭਾਵ ਰਮਾਇਣ ਦਾ ਪਾਠ ਕਰੇ ਵਾਰ-ਵਾਰ, ਉਹਦਾ ਮਹਾਤਮ ਦੱਸਿਆ ਹੈ ਵੀ ਜੇ ਕੋਈ ਰਮਾਇਣ ਦਾ ਪਾਠ ਕਰਦਾ ਉਹਨੂੰ ਇਹ ਫਲ ਮਿਲਦਾ ਹੈ। ਮਨ ਛੋੜ ਛੋੜ ਸਗਲ ਭੇਦੰਗ, ਭਗਤ ਨਾਮਦੇਵ ਜੀ ਕਹਿੰਦੇ ਸਭ ਛੱਡਦੇ ਭਰਮ ਭੇਦ ਨੂੰ, ਵੀ ਇਸ ਕਰਮ ਨੂੰ ਕਰਨ ਦਾ ਇਹ ਮਹਾਤਮ ਹੈ, ਇਸ ਨੂੰ ਇਹ ਕਰਨ ਦਾ ਮਹਾਤਮ ਹੈ। ਠੀਕ ਹੈ, ਉਹ ਮਹਾਤਮ ਹੈ, ਇਹ ਨਹੀਂ ਨਕਾਰਿਆ ਵੀ ਉਹਦਾ ਮਹਾਤਮ ਨਹੀਂ ਹੈ, ਪਰ ਰੱਬ ਦਾ ਨਾਮ ਜਪ ਕੇ ਤੁਹਾਨੂੰ ਸਭ ਤਰ੍ਹਾਂ ਦਾ ਮਹਾਤਮ ਮਿਲ ਜਾਵੇਗਾ। ਜਿਹੜੇ ਵੇਦਾਂ ਵਿੱਚ ਕਰਮ ਦੱਸੇ ਨੇ ਨਾ, ਉਹ ਇੱਕ ਕਰਮ ਨੂੰ ਕਰਨ ਦਾ ਇੱਕੋ ਮਹਾਤਮ ਮਿਲੇਗਾ ਤੁਹਾਨੂੰ, ਦੂਜਾ ਉਹਦਾ ਮਹਾਤਮ ਨਹੀਂ ਮਿਲੇਗਾ। ਜੇ ਕੋਈ ਔਲਾਦ ਵਾਸਤੇ ਮੰਤਰ ਪੜ੍ਹ ਰਿਹਾ ਨਾ, ਮੰਤਰ ਨੇ ਔਲਾਦ ਦੀ ਪ੍ਰਾਪਤੀ ਵਾਸਤੇ, ਕਾਰੋਬਾਰ ਦੀ ਪ੍ਰਾਪਤੀ ਵਾਸਤੇ, ਸਰੀਰ ਨੂੰ ਠੀਕ ਕਰਨ ਵਾਸਤੇ ਉਹ ਮੰਤਰ ਦਿੱਤੇ ਨੇ ਵੀ ਇਹ ਮੰਤਰ ਨੂੰ ਇੰਨੇ ਦਿਨ ਜਪੋਗੇ, ਇਸ ਦਿਸ਼ਾ ਵੱਲ ਮੂੰਹ ਕਰਕੇ ਜਪੋਗੇ, ਇਸ ਦਸ਼ਾ ਦੇ ਵਿੱਚ, ਇਸ ਹਾਲਤ ਵਿੱਚ ਖਲੋ ਕੇ ਜਪਣਾ ਹੈ, ਬੈਠ ਕੇ ਜਪਣਾ ਹੈ, ਕੇਸ਼ੀ ਇਸ਼ਨਾਨ ਕਰਕੇ ਜਪਣਾ, ਉਹ ਸਾਰੀ ਦੱਸੀ ਹੁੰਦੀ ਹੈ ਵੀ ਇਹਨੂੰ ਇੰਨੇ ਦਿਨ ਔਰ ਇਹਨੂੰ ਰਾਤ ਨੂੰ ਜਪਣਾ ਹੈ, ਇਹਨੂੰ ਇੰਨੇ ਸਮੇਂ ਵਿੱਚ ਜਪਣਾ ਹੈ, ਇਸ ਪਹਿਰ ਵਿੱਚ ਜਪਣਾ ਹੈ, ਇੰਨੀਆਂ ਘੜੀਆਂ ਜਪਣਾ ਹੈ। ਉਹਦਾ ਫਿਰ ਉਹ ਮਹਾਤਮ ਦੱਸਿਆ, ਫਿਰ ਉਹ ਕਰਨ ਦੇ ਨਾਲ ਕੇਵਲ ਇੱਕੋ ਫਲ ਮਿਲੇਗਾ। ਜੇ ਤੁਸੀਂ ਔਲਾਦ ਦੀ ਪ੍ਰਾਪਤੀ ਵਾਸਤੇ ਪੜ੍ਹ ਰਹੇ ਹੋ ਮੰਤਰ, ਤਾਂ ਉਹਦਾ ਮਹਾਤਮ ਤੁਹਾਨੂੰ ਕੇਵਲ ਔਲਾਦ ਹੀ ਮਿਲੇਗੀ। ਵਾਹਿਗੁਰੂ ਦਾ ਨਾਮ ਐਸਾ ਹੈ, ਇੱਕੋ ਨਾਮ ਨੂੰ ਜਪਣ ਦੇ ਨਾਲ ਸਾਰਾ ਕੁਝ ਹੀ ਮਿਲ ਜਾਵੇਗਾ। ਮਹਾਰਾਜ ਕਹਿੰਦੇ ਨਾਮ ਦਾ ਵੱਡਾ ਮਹਾਤਮ ਇਸ ਕਰਕੇ ਹੈ, ਫਿਰ ਇਹਨੂੰ ਤੁਸੀਂ ਕਿਸੇ ਤਰ੍ਹਾਂ ਵੀ ਜਪੋ, ਕੋਈ ਬੰਦਾ ਇਸ਼ਨਾਨ ਨਹੀਂ ਕਰ ਸਕਦਾ, ਫਿਰ ਇਹ ਨਹੀਂ ਵੀ ਸਵੇਰੇ ਸ਼ਾਮ ਤੁਸੀਂ ਇਹਨੂੰ ਸ਼ਾਮ ਨੂੰ ਹੀ ਜਪਣਾ ਹੈ। ਮਹਾਰਾਜ ਕਹਿੰਦੇ ਅੱਠੇ ਪਹਿਰ ਹੀ ਜਪੀ ਚਲੋ। ਇਹਦਾ ਮਹਾਤਮ ਸਭ ਤਰ੍ਹਾਂ ਦਾ ਮਹਾਤਮ, ਇਸ ਲੋਕ ਦੇ ਵੀ ਪਦਾਰਥ ਮਿਲਣਗੇ ਔਰ ਪਰਲੋਕ ਦੇ ਵਿੱਚ ਵੀ ਗਤੀ ਹੋਵੇਗੀ, ਪਰਲੋਕ ਵਾਲੀ ਉੱਚੀ ਪਦਵੀ ਵੀ ਪ੍ਰਾਪਤ ਹੋਵੇਗੀ। ਔਰ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਬਹੁਤਾ ਸੰਜਮ ਵੀ ਨਹੀਂ ਹੈ ਵੀ ਰਾਤ ਨੂੰ 12 ਵਜੇ ਉੱਠ ਕੇ ਪੜ੍ਹ ਕੇ ਮੰਤਰ ਜਪਣਾ ਹੈ। ਹੁਣ ਕਈ ਵਾਰ 12 ਵਜੇ ਨਾ ਵੀ ਉੱਠ ਹੋਵੇ, ਫੇਰ ਰਾਤ ਨੂੰ 3 ਵਜੇ ਅੰਮ੍ਰਿਤ ਵੇਲੇ ਉੱਠ ਕੇ ਜਪਣਾ ਹੈ, ਫੇਰ ਨਾ ਉੱਠ ਹੋਵੇ, ਫੇਰ ਵਿੱਚ ਉਹ ਭੰਗਣਾ ਪੈ ਜਾਏਗੀ। ਵਾਹਿਗੁਰੂ ਦਾ ਨਾਮ ਤਾਂ ਤੁਸੀਂ ਸੌਂਦੇ ਬਹਿੰਦੇ ਜਾਗਦੇ ਹਰ ਸਮੇਂ ਜਪੀ ਚਲੋ। ਪਾਤਸ਼ਾਹ ਕਹਿੰਦੇ ਇਹਦਾ ਮਹਾਤਮ ਮਿਲਣਾ ਹੀ ਮਿਲਣਾ ਹੈ। ਤੋ ਭਗਤ ਨਾਮਦੇਵ ਜੀ ਕਹਿੰਦੇ ਹਨ ਇਹ ਭੇਦ ਵੀ ਛੱਡ ਦਿਓ ਸਭ ਤਰ੍ਹਾਂ ਦੇ, ਇਸ ਤਰ੍ਹਾਂ ਦੇ ਕਰਮਾਂ ਵਿੱਚ ਪੈਣ ਦੀ ਲੋੜ ਹੀ ਨਹੀਂ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਵਿੱਚ ਇਹ ਆਉਂਦਾ ਹੈ ਨਾ ਕਿ ਜਿਸ ਸਮੇਂ ਭਾਈ ਲਹਿਣਾ ਜੀ ਆ ਕੇ ਸੇਵਾ ਵਿੱਚ ਲੱਗ ਗਏ, ਕੀ ਵੇਖਿਆ ਰਾਤ ਨੂੰ 2 ਵਜੇ ਇੱਕ ਬਹੁਤ ਸੁੰਦਰ ਸਰੂਪ ਵਾਲੀ ਇਸਤਰੀ, ਬੜੇ ਉਹਨੇ ਭੂਖਣ ਪਾਏ ਹੋਏ ਨੇ ਔਰ ਉਹਦੇ ਸਰੀਰ ਵਿੱਚੋਂ, ਉਹਦੀ ਕਾਇਆ ਵਿੱਚੋਂ ਇੱਕ ਅਲੌਕਿਕ ਤਰ੍ਹਾਂ ਦੀ ਆਭਾ ਨਿਕਲ ਰਹੀ, ਪ੍ਰਕਾਸ਼ ਨਿਕਲ ਰਿਹਾ ਹੈ। ਪੁੱਛਿਆ ਦੇਵੀ ਤੁਸੀਂ ਕੌਣ ਹੋ? ਕਹਿਣ ਲੱਗੇ ਭਾਈ ਲਹਿਣਾ ਜੀ ਮੈਂ ਉਹੀ ਦੇਵੀ ਹਾਂ ਜਿਹਦੀ ਤੂੰ ਪੂਜਾ ਕਰਨ ਜਾਂਦਾ ਹੈ ਆਏ ਸਾਲ। ਇੱਥੇ ਕਿਵੇਂ? ਇਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸਾਰੇ ਗੁਪਤ ਰੂਪ ਦੇ ਵਿੱਚ ਇੱਥੇ ਆਉਂਦੇ ਨੇ, ਇੱਥੋਂ ਦਾਤਾ ਲੈਂਦੇ ਨੇ। ਤੇ ਕਹਿਣ ਲੱਗੇ ਫਿਰ ਜੇ ਇੱਥੋਂ ਦਾਤਾ ਲੈਂਦੇ ਨੇ ਹੁਣ ਹੋਰ ਦ੍ਰਿੜਤਾ ਹੋ ਗਈ, ਮਨ ਤਾਂ ਪਹਿਲਾਂ ਹੀ ਇੱਥੇ ਆ ਚੁੱਕਾ ਸੀ, ਕਹਿੰਦੇ ਹੁਣ ਹੋਰ ਦ੍ਰਿੜਤਾ ਹੋ ਗਈ ਵੀ ਹੁਣ ਤਾਂ ਗੁਰੂ ਨਾਨਕ ਦਾ ਹੀ ਹੋ ਜਾਣਾ ਹੈ। ਕਿਉਂਕਿ ਜੇ ਤੁਸੀਂ ਇੱਥੋਂ ਦਾਤਾਂ ਲੈ ਜਾ ਕੇ ਅੱਗੇ ਭਗਤਾਂ ਨੂੰ ਵੰਡਦੇ ਹੋ ਤੇ ਫਿਰ ਸਾਨੂੰ ਇੱਥੋਂ ਕਿਉਂ ਨਹੀਂ ਮਿਲਣਗੀਆਂ? ਇੱਕੋ ਦੇ ਹੀ ਲੜ ਲੱਗ ਜਾਈਏ, ਇੱਕ ਨਾਮ ਦੇ ਨਾਲ ਹੀ ਜੁੜ ਜਾਈਏ, ਸਾਰਾ ਕੁਝ ਇੱਕੋ ਥਾਂ ਤੋਂ ਹੀ ਮਿਲ ਜਾਵੇਗਾ। ਥਾਂ ਥਾਂ ਤੇ ਭਟਕਣ ਦੀ ਲੋੜ ਹੀ ਨਹੀਂ ਹੈ। ਅਕਸਰ ਆਪਾਂ ਜਦੋਂ ਕੋਈ ਕੰਮ ਕਰਨਾ ਹੋਵੇ ਨਾ ਤੇ ਆਪਾਂ ਕਹਿੰਦੇ ਆ ਵੀ ਐਸੀ ਥਾਂ ਲੱਭੋ ਜਿੱਥੋਂ ਸਾਰਾ ਸਮਾਨ ਇੱਕੋ ਥਾਂ ਤੋਂ ਮਿਲ ਜਾਵੇ, ਐਵੇਂ ਭਟਕਦੇ ਫਿਰਾਂਗੇ ਵੀ ਕਦੇ ਉਸ ਸ਼ਹਿਰ ਜਾ, ਕਦੀ ਉਸ ਸ਼ਹਿਰ ਜਾ, ਕਦੀ ਕਿਤੇ ਜਾ। ਤੋ ਇਸ ਤਰ੍ਹਾਂ ਜੇ ਆਪਾਂ ਨੂੰ ਦਾਤਾਂ ਤਾਂ ਸਾਰੀਆਂ ਚਾਹੀਦੀਆਂ ਨੇ, ਸੰਸਾਰੀ ਬੰਦੇ ਨੂੰ ਸਾਰਾ ਕੁਝ ਹੀ ਚਾਹੀਦਾ ਹੁੰਦਾ ਹੈ, ਸਾਰੇ ਪਦਾਰਥ ਚਾਹੀਦੇ ਹੁੰਦੇ ਨੇ, ਦੁੱਧ ਪੁੱਤ ਪਦਾਰਥ, ਸਰੀਰ ਵੀ ਠੀਕ ਹੋਵੇ, ਕਾਇਆ ਵੀ ਵਧੀਆ ਹੋਵੇ, ਪਰਿਵਾਰ ਵੀ ਵਧੀਆ ਹੋਵੇ,
ਘਰ-ਬਾਰ ਵੀ ਵਧੀਆ ਹੋਵੇ, ਸਾਰਾ ਕੁਝ ਚਾਹੀਦਾ, ਤੇ ਬੰਦਾ ਆਦਾ ਵੀ ਮੈਂ ਜਦੋਂ ਮਰਾਂ ਤੇ ਮੇਰੀ ਮੌਤ ਵੀ ਸੌਖੀ ਹੋਵੇ, ਤਾਂ ਮਹਾਰਾਜ ਕਹਿੰਦੇ ਇੱਕ ਨਾਮ ਨਾਲ ਜੁੜ ਜਾਵੋ, ਇਹਦੇ ਵਿੱਚ ਸਾਰਾ ਕੁਝ ਹੀ ਆ ਜਾਣਾ ਹੈ। ਇੱਛਾ ਪੂਰਕ ਸਰਵ ਸੁਖ ਦਾਤਾ, ਹਰ ਜਾ ਕੇ ਵਸੈ ਕਾਮ ਧੇਨਾ, ਸੋ ਐਸਾ ਅਰ ਧਿਆਈਐ ਮੇਰੇ ਜੀ ਅੜੇ, ਤਾਂ ਸਰਵ ਸੁਖ ਪਾਵੈ ਮੇਰੇ ਮਨਾ। ਸਾਰੀਆਂ ਦਾਤਾਂ ਸਾਰੇ ਸੁਖ ਮਿਲਣਗੇ। ਤੋ ਭਗਤ ਨਾਮਦੇਵ ਜੀ ਕਹਿੰਦੇ ਸਿਮਰ ਸਿਮਰ ਗੋਬਿੰਦੰ, ਵਾਹਿਗੁਰੂ ਦੇ ਨਾਮ ਨੂੰ ਜਪੋ, ਸਿਮਰਨਾ ਕਰੋ ਭਾਈ, ਭਜ ਨਾਮਾ ਤਰਸ ਭਵ ਸਿੰਧਗ। ਭਗਤ ਨਾਮਦੇਵ ਜੀ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ, ਜੋ 84 ਲੱਖ ਜੋਨੀਆਂ ਦਾ ਭਵ ਸਾਗਰ, ਸਿੰਧਗ ਮੈਨੇ ਸਾਗਰ ਹੈ, ਉਹਦੇ ਵਿੱਚੋਂ ਪਾਰ ਹੋ ਜਾਵੋਗੇ। ਜਿਹੜਾ ਵੀ ਰੱਬ ਦਾ ਨਾਮ ਜਪੇਗਾ ਉਹਨੂੰ ਸੰਸਾਰ ਦੇ ਸਾਰੇ ਪਦਾਰਥ ਤਾਂ ਮਿਲਣਗੇ ਹੀ, ਸਾਰੀਆਂ ਦਾਤਾਂ ਮਿਲਣਗੀਆਂ, ਪਰ ਨਾਲ ਉਹ ਮੁਕਤ ਵੀ ਹੋ ਜਾਵੇਗਾ। ਨਹੀਂ ਤਾਂ ਬਾਅਦ ਵਿੱਚ ਪਰਿਵਾਰ ਵਾਲੇ ਫਿਰ ਮੁਕਤੀ ਕਰਾਉਣ, ਕੋਈ ਹੋਵੇ ਜਾਂਦਾ, ਕੋਈ ਗਿਆ ਜਾਂਦਾ, ਕੋਈ ਕਿੱਥੇ ਜਾਂਦਾ, ਮੁਕਤੀ ਫੇਰ ਨਹੀਂ ਹੁੰਦੀ, ਕਿਉਂਕਿ ਉੱਥੇ ਮੁਕਤੀਆਂ ਦੇ ਵੀ ਰੇਟ ਹੁੰਦੇ ਨੇ, ਵੀ ਇਹ 500 ਦੀ ਮੁਕਤੀ ਹੈ, 1100 ਦੀ, 5100 ਦੀ ਹੈ। ਤੇ ਕਿਉਂ ਨਾ ਆਪ ਹੀ ਨਾਮ ਜਪੋ ਤੇ ਜੀਵਦੇ ਜੀ ਹੀ ਮੁਕਤ ਹੋ ਜਾਵੋ। ਵਾਹਿਗੁਰੂ ਦਾ ਨਾਮ ਜਪਿਆ ਹੋਇਆ ਹੀ ਸਾਡਾ ਭਲਾ ਕਰੇਗਾ। ਇਸ ਤਰ੍ਹਾਂ ਭਗਤ ਨਾਮਦੇਵ ਜੀ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।